ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵੰਦਨਾ ਖੰਨਾ ਤੇ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਪ੍ਰੋਗਰਾਮ ਪੰਜਾਬ ਐਬਰੋਡ। ਕਰੋਨਾ ਨੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕੀਤਾ ਤੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਕੀਤਾ ਉਹਨਾਂ ਦੇ ਵਿੱਚੋਂ ਇੱਕ ਨੇ ਪੰਜਾਬ ਦੇ ਯੁਵਾ, ਪੰਜਾਬ ਦਾ ਯੂਥ ਜਿਹੜਾ ਕਿ ਬਾਹਰ ਜਾ ਕੇ ਪੜ੍ਹਨ ਦਾ ਸੁਪਨਾ ਵੇਖਦਾ ਹੈ ਔਰ ਸੁਪਨਾ ਵੇਖਦਾ ਉੱਥੇ ਸੈਟਲ ਹੋਣ ਦਾ। ਹੁਣ ਕਰੋਨਾ ਦੀ ਮਾਰ ਘਟ ਰਹੀ ਹੈ, ਬਹੁਤ ਸਾਰੇ ਰਸਤੇ ਖੁੱਲ ਰਹੇ ਨੇ, ਪਰ ਕਿਹੜਾ ਰਸਤਾ ਸਹੀ ਹੈ, ਕਿਹੜਾ ਰਸਤਾ ਗਲਤ ਹੈ, ਕਿਹੜਾ ਰਸਤਾ ਅਸਲ ਦੇ ਵਿੱਚ ਖੁੱਲਿਆ ਤੇ ਕਿਹੜਾ ਰਸਤਾ ਜਿਹੜਾ ਹੈ ਸਿਰਫ ਤੇ ਸਿਰਫ ਖਬਰਾਂ ਦੇ ਵਿੱਚ ਖੁੱਲਿਆ। ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇ ਲਈ, ਇਹਨਾਂ ਸਾਰੀਆਂ ਕਨਫਿਊਜ਼ਨਸ ਨੂੰ ਦੂਰ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਰੋਇਲ ਟਰੈਵਲਸ ਦੇ MD ਅਵਰਿੰਦਰਪਾਲ ਸਿੰਘ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਅਵਰਿੰਦਰਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੰਦਨਾ ਮੈਮ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅਵਰਿੰਦਰਪਾਲ ਸਿੰਘ ਜੀ ਦਾ 21 ਸਾਲਾਂ ਦਾ ਅਨੁਭਵ ਹੈ ਇਸ ਫੀਲਡ ਦੇ ਵਿੱਚ ਔਰ ਇਸੀ ਅਨੁਭਵ ਦੇ ਨਾਲ ਅਸੀਂ ਬਹੁਤ ਸਾਰੇ ਜਵਾਬ ਜਿਹੜੇ ਨੇ ਇਹਨਾਂ ਕੋਲ ਲੈਣੇ ਨੇ। ਸਭ ਤੋਂ ਪਹਿਲਾ ਸਵਾਲ ਜਿਹੜਾ ਮੇਰਾ ਹੈਗਾ, ਕਰੋਨਾ ਦੇ ਸਮੇਂ ਦੇ ਵਿੱਚ ਕੈਨੇਡਾ ਖਾਸ ਕਰਕੇ ਅਸੀਂ ਗੱਲ ਕਰਾਂਗੇ ਕਿਉਂਕਿ ਸਟੂਡੈਂਟਸ ਜ਼ਿਆਦਾ ਕੈਨੇਡਾ ਚਾਹੁੰਦੇ ਨੇ। ਸਭ ਤੋਂ ਵੱਧ ਸਟੂਡੈਂਟ ਸਾਡੇ ਉੱਥੇ ਹੀ ਜਾਂਦੇ ਨੇ ਤਕਰੀਬਨ। ਜੀ, ਤਾਂ ਬਹੁਤ ਸਾਰੇ ਸਟੂਡੈਂਟਸ ਨੇ AIP ਲੈ ਲਈਆਂ, ਆਨਲਾਈਨ ਪੜ੍ਹਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ। ਹੁਣ ਬਹੁਤ ਸਾਰੇ ਸਟੂਡੈਂਟਸ ਕੋਲੋਂ ਪਾਸਪੋਰਟ ਜਿਹੜੇ ਨੇ ਮੰਗੇ ਜਾ ਰਹੇ ਨੇ। ਜ਼ਾਹਿਰ ਜੀ ਗੱਲ ਹੈ ਕਿ ਵੀਜ਼ਾ ਲੱਗ ਕੇ ਆਉਣਾ। ਕਿੰਨੇ % ਸਟੂਡੈਂਟ ਜਿਹੜੇ ਜਿਨ੍ਹਾਂ ਨੂੰ AIP ਮਿਲੀਆਂ ਸੀ ਤੇ ਹੁਣ ਉਹਨਾਂ ਦੇ ਪਾਸਪੋਰਟ ਤੇ ਵੀਜ਼ਾ ਸਟੈਂਪ ਲੱਗ ਰਹੀ ਹੈ? ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਥੋੜਾ ਦੱਸ ਦਵਾਂ ਕਿ AIP ਇਸ ਐਪਲੀਕੇਸ਼ਨ ਜਿਹੜੀ ਆ ਅਪਰੂਵਲ ਇਨ ਪ੍ਰਿੰਸੀਪਲ ਕਿ ਤੁਹਾਨੂੰ ਅੰਬੈਸੀ ਨੇ VFS ਨਹੀਂ ਖੁੱਲਣ ਕਰਕੇ ਤੁਹਾਡਾ ਵੀਜ਼ਾ ਮਨਜ਼ੂਰ ਕਰਤਾ ਜੀ, ਪਰ ਕਿਉਂਕਿ VFS ਸੈਂਟਰ ਬੰਦ ਸੀ ਇਸ ਕਰਕੇ ਤੁਹਾਡਾ ਸਟicker ਪਾਸਪੋਰਟ ਦਾ ਵੀਜ਼ੇ ਦੇ ਉੱਪਰ ਲੇਬਲ ਲੱਗ ਨਹੀਂ ਸਕਦਾ ਸੀ। ਸੋ ਉਹਨੂੰ ਉਹਨਾਂ ਨੇ ਇੱਕ ਨਾਮ ਦਿੱਤਾ ਸੀ AIP ਕਿ AIP ਦਾ ਅਪਰੂਵਲ ਆ ਗਿਆ ਔਰ ਇਟ ਇਜ਼ ਆਲਮੋਸਟ ਇਕੁਇਵਲੈਂਟ ਟੂ ਵੀਜ਼ਾ। ਇਹ ਲਗਭਗ ਵੀਜ਼ਾ ਹੀ ਹੈ। ਸੋ ਕੁਛ ਇੱਕ ਸ਼ਰਤਾਂ ਨੂੰ ਛੱਡ ਕੇ ਇਹ ਤਕਰੀਬਨ ਵੀਜ਼ਾ ਆ। ਸੋ ਅਗਰ ਤੁਹਾਡਾ AIP ਅਪਰੂਵ ਹੋ ਗਿਆ ਤਾਂ ਇਹ ਮੰਨਿਆ ਜਾ ਸਕਦਾ ਸੀ ਕਿ ਤੁਹਾਡਾ ਆਲਮੋਸਟ ਵੀਜ਼ਾ ਦਾ ਪ੍ਰੋਸੈਸ ਹੋ ਗਿਆ, ਵੀਜ਼ਾ ਤੁਹਾਡਾ ਆ ਗਿਆ ਜੀ। ਹਾਂ, ਇਹਦੇ 'ਚ ਸਮਝਣ ਵਾਲੀ ਕਹਾਣੀ ਇਹ ਹੈ ਕਿ AIP ਅਗਰ ਅਸੀਂ ਅੱਜ ਦੇ ਸਮੇਂ 'ਚ ਗੱਲ ਕਰਾਂਗੇ AIP ਡੈਡ ਹੈ, AIP ਖਤਮ ਆ, ਉਹ ਨਲ ਹੋ ਗਈ, ਵਾਇਡ ਹੋ ਗਈ, ਫਿਨਿਸ਼ ਹੋ ਗਈ। ਬਿਕੋਜ਼ AIP ਵਾਸ ਫॉर ਸੈਪਟੰਬਰ ਇਨਟੇਕ ਓਨਲੀ। ਇਹ ਕੈਨੇਡਾ ਦੇ ਗਵਰਨਮੈਂਟ ਨੇ ਕੀਤਾ ਸੀਗਾ ਕਿ ਸਟੂਡੈਂਟਸ ਨੂੰ ਇਨਕਰੇਜ ਕਰਨ ਲਈ ਕਿ ਬੇਸਿਕਲੀ ਸਟੂਡੈਂਟਸ ਇੱਥੇ ਨਹੀਂ ਵੀ ਆ ਸਕਦੇ। ਸੋ ਇਹਦੇ ਪਿਛਲਾ ਸੱਚ ਕੀ ਆ ਕਿ ਕੈਨੇਡਾ ਦੀ ਗਵਰਨਮੈਂਟ ਨੂੰ ਸਟੂਡੈਂਟਸ ਦੀਆਂ ਫੀਸਾਂ ਤੋਂ ਬਹੁਤ ਜ਼ਿਆਦਾ GST ਦੀ ਕਲੈਕਸ਼ਨ ਹੈ। ਸੋ GST ਕਲੈਕਸ਼ਨ ਹੋ ਨਹੀਂ ਰਹੀ ਸੀ ਬਿਕੋਜ਼ ਸਟੂਡੈਂਟਸ ਐਨਰੋਲ ਜਦ ਤੱਕ ਨਹੀਂ ਹੁੰਦਾ ਤਦ ਤੱਕ ਕਾਲਜ ਉਹਦੀ ਫੀਸ ਦਾ GST ਗਵਰਨਮੈਂਟ ਨੂੰ ਨਹੀਂ ਪੇ ਕਰਦਾ ਜੀ। ਸੋ ਸਟੂਡੈਂਟ ਦੀ ਰਜਿਸਟ੍ਰੇਸ਼ਨ ਦਿਖਾਉਣ ਲਈ ਸਰਕਾਰ ਨੇ ਇੱਕ ਤਰੀਕਾ ਕੱਢਿਆ ਸੀਗਾ ਕਿ ਯੈਸ ਉਹਨਾਂ ਦੀ ਐਨਰੋਲਮੈਂਟਸ ਦਿਖਾ ਦਿਓ ਤਾਂ ਕਿ ਉਹਦਾ GST ਕਲੈਕਸ਼ਨ ਹੋ ਸਕੇ ਜੀ। ਸੋ ਹੁਣ ਉਸ ਤੋਂ ਬਾਅਦ ਜਦੋਂ ਇਹ ਅਨਾਉਂਸ ਕੀਤਾ ਗਿਆ ਸੀ ਉਦੋਂ ਇਹ ਕਿਹਾ ਸੀ ਕਿ ਇਹ ਆਲਮੋਸਟ 100% ਵੀਜ਼ਾ ਆ। ਅਗਰ ਸਟੂਡੈਂਟ ਦੀ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਕੋਈ ਜਿਹੜੀ ਅਗਰ ਕੋਈ ਉਹਨੇ ਗਲਤ ਕਾਗਜ਼ ਨਹੀਂ ਪੇਸ਼ ਕੀਤੇ, ਕੋਈ ਗਲਤ ਤੱਥ ਨਹੀਂ ਪੇਸ਼ ਕੀਤੇ, ਕੋਈ ਕਾਗਜ਼ ਜਿਹੜੇ ਆ ਉਹਦੇ ਲਾਈਕ ਕੋਈ ਉਹਦੇ 'ਚ ਐਸੀ ਜਾਣਕਾਰੀ ਨਹੀਂ ਲੁਕੋਈ ਜਿਹੜੀ ਉਹਦੇ ਵੀਜ਼ਾ ਐਪਲੀਕੇਸ਼ਨ ਦਾ ਹਿੱਸਾ ਸੀਗੀ। ਸੋ ਕੋਈ ਮਿਸਲੀਡਿੰਗ ਇਨਫੋਰਮੇਸ਼ਨ ਨਹੀਂ ਹੈ। ਸੋ ਅਗਰ ਇਹਦੇ ਨਾਲ ਉਸ ਤੋਂ ਬਾਅਦ ਸਟੂਡੈਂਟ ਨੂੰ ਆਪਣਾ ਇੰਟਰਸਟ ਸ਼ੋ ਕਰਨਾ ਸੀਗਾ ਕਿ ਉਹ ਜਿਹੜੀ ਪੜ੍ਹਾਈ ਕਰ ਰਿਹਾ ਹੈ ਔਰ ਇਹ ਐਡਡ ਚੀਜ਼ ਸੀਗੀ, ਹਾਲਾਂਕਿ ਇਹ ਸਭ ਕੁਝ ਨਹੀਂ ਸੀ। ਸੋ ਅਗਰ ਇਹ ਚੀਜ਼ਾਂ ਪੂਰੀਆਂ ਸੀ, ਮੈਡੀਕਲ 'ਚ ਕੋਈ ਦਿੱਕਤ ਨਹੀਂ ਹੈਗੀ, ਫੰਡ ਸਾਰੇ ਓਕੇ ਨੇ, ਤੇ ਫਿਰ ਉਹਦਾ ਜੇ ਅਗਰ ਅਪਰੂਵਲ ਆ ਗਈ ਇਹ 100% ਵੀਜ਼ਾ ਆ ਜੀ। ਪਰ ਇਹ ਸ਼ਾਇਦ ਕੁਝ ਬੱਚਿਆਂ ਦੇ ਵੀਜ਼ਾਸ ਡਿਨਾਈ ਵੀ ਇਹਦੇ 'ਚ ਸੁਣਨ ਦੀ ਖਬਰ ਆਈ ਆ ਕਿ ਕੁਝ ਬੱਚਿਆਂ ਦੇ ਵੀਜ਼ਾਸ ਰੁਕੇ ਵੀ ਨੇ। AIP ਤੋਂ ਬਾਅਦ ਅਗਰ ਕਿਸੇ ਬੱਚੇ ਦਾ ਵੀਜ਼ਾ ਰੁਕਿਆ ਆ ਤਾਂ ਉਹਦੇ ਪਿੱਛੇ ਸਿਰਫ ਤੇ ਸਿਰਫ ਇੱਕੋ ਇੱਕ ਪਲੀ ਆ ਕਿ ਬੱਚੇ ਨੇ ਸਪੋਜ਼ ਕਰੋ ਸ਼ਾਇਦ 2-3 ਸਮੈਸਟਰ ਜਾਂ 2 ਸਮੈਸਟਰ ਦੀ ਪੜ੍ਹਾਈ ਦਾ ਉਹਨੂੰ ਚਾਂਸ ਮਿਲਿਆ ਆਨਲਾਈਨ ਪੜ੍ਹਾਈ ਦਾ, ਬਟ ਬੱਚਾ ਐਨਰੋਲ ਹੀ ਨਹੀਂ ਹੋਇਆ, ਰਜਿਸਟਰ ਹੀ ਨਹੀਂ ਹੋਇਆ। ਸੋ ਉਹਨੇ ਕਲਾਸ ਲਾਉਣੀ ਸ਼ੁਰੂ ਨਹੀਂ ਕੀਤੀ ਔਰ ਨਾਲ ਹੀ ਇਹਨਾਂ ਨੇ IRCC ਨੇ ਆਪਣੇ ਵੈਬੀਨਾਰ 'ਚ ਦੱਸਿਆ ਸੀਗਾ ਕਿ ਇਹ ਕੰਪਲਸਰੀ ਨਹੀਂ ਹੈਗਾ ਕਿ ਤੁਸੀਂ ਅਗਰ ਪੜ੍ਹਾਈ ਓਮਿਟ ਕਰਨਾ ਚਾਹੋ ਕਰ ਸਕਦੇ ਹੋ ਜੀ। ਔਰ ਸ਼ਾਇਦ ਕਿਤੇ ਨਾ ਕਿਤੇ ਕੁਝ ਬੱਚਿਆਂ ਦੇ ਕਰੀਅਰਸ ਨੂੰ ਲੈ ਕੇ ਇਹ ਦੁਵਿਧਾ ਪੈਦਾ ਕੀਤੀ ਹੈ ਹੁਣ ਕਿ ਆਲਮੋਸਟ AIP ਦੇ ਵਿੱਚ 100% ਰਿਜ਼ਲਟ ਹੋਣਾ ਚਾਹੀਦਾ ਸੀ, ਪਰ ਅਗਰ ਉਹਦੇ 'ਚ 1-2% ਦੀ ਵੀ ਗਿਰਾਵਟ ਹੈ ਉਹ ਵੀ ਗਲਤ ਹੈ। ਬਿਕੋਜ਼ ਕੈਨੇਡਾ ਦੀ ਗਵਰਨਮੈਂਟ ਨੇ ਖੁਦ ਕਨਫੈਸ ਕੀਤਾ ਸੀ ਕਿ AIP ਇਕੁਇਵਲੈਂਟ ਟੂ ਵੀਜ਼ਾ ਆ ਜੀ। ਹੁਣ ਜਿਹੜੀਆਂ ਸ਼ਰਤਾਂ ਉਹਨਾਂ ਨੇ ਕਹੀਆਂ ਸੀ ਉਹਦੇ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਸੀ ਕਿ ਬੱਚਾ ਕਲਾਸ ਨਹੀਂ ਲਾਏਗਾ ਤਾਂ ਉਹਦੇ ਉੱਪਰ ਕੋਈ ਨੁਕਸਾਨ ਹੋ ਸਕਦਾ ਹੈ। ਪਰ ਜਿਹੜੇ ਬੱਚਿਆਂ ਦਾ, ਜਿੱਥੋਂ ਤੱਕ ਸਾਡੀ ਰਿਸਰਚ ਹੈ, ਜਿਹੜੇ ਬੱਚਿਆਂ ਦਾ ਵੀਜ਼ਾਸ ਡਿਨਾਈ ਹੋਏ ਆ AIP ਤੋਂ ਬਾਅਦ, ਉਹ ਸਿਰਫ ਤੇ ਸਿਰਫ ਉਹ ਬੱਚੇ ਨੇ ਜਿਨ੍ਹਾਂ ਨੇ ਆਨਲਾਈਨ ਕਲਾਸਿਸ ਨਹੀਂ ਲਾਈਆਂ ਹਨ। ਹੋਰ ਇਸ ਤੋਂ ਵੱਧ ਸਾਡੇ ਕੋਲ ਅੰਕੜੇ ਹਾਲੇ
ਜਾਣੀ ਕਿ ਸਟੈਟਸ ਇਦਾਂ ਦਾ ਕੋਈ ਅਵੇਲੇਬਲ ਹੈ ਨਹੀਂ ਹੈ। ਜੀ ਅੱਛਾ, ਸੁਣਨ ਨੂੰ ਇਹ ਵੀ ਮਿਲਿਆ ਹੈ ਕਿ ਉਹ ਸਟੂਡੈਂਟਸ ਜਿਨ੍ਹਾਂ ਦਾ ਪਹਿਲੇ 1 ਜਾਂ 2 ਵਾਰ ਵੀਜ਼ਾ ਕਰੋਨਾ ਤੋਂ ਪਹਿਲਾਂ ਰਿਫਿਊਜ਼ ਹੋ ਚੁੱਕਿਆ ਸੀ, ਕਰੋਨਾ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ AIP ਮਿਲੀ ਹੈ। ਤੁਹਾਨੂੰ ਲੱਗਦਾ ਹੈ ਕਿ ਕਰੋਨਾ ਦਾ ਫਾਇਦਾ ਉਹਨਾਂ ਸਟੂਡੈਂਟਸ ਨੂੰ ਮਿਲਿਆ ਹੈ ਜਾਂ ਗੈਪ ਵਾਲੇ ਸਟੂਡੈਂਟਸ ਨੂੰ ਫਾਇਦਾ ਮਿਲੇਗਾ ਆਉਣ ਵਾਲੇ ਇਹ ਮੈਮ ਬੇਸਿਕਲੀ ਅਸੀਂ ਇਹਨੂੰ ਵੇਖਦੇ ਹਾਂ, ਅਸੀਂ ਇਹਨੂੰ ਸਟੂਡੈਂਟ ਪ੍ਰੋਸਪੈਕਟ ਤੋਂ ਵੇਖਦੇ ਹਾਂ ਕਿ 7 ਬੈਂਡ ਸੀ, ਉਹਦਾ ਸਕੋਰ ਚੰਗਾ ਸੀ, ਉਹਦੀ ਪਰਸੈਂਟੇਜ 80 ਸੀ। ਬੇਸਿਕਲੀ ਪੂਰੀ ਦੁਨੀਆ ਕਮਰਸ ਦੇ ਮਾਡਲ ਦੇ ਉੱਪਰ ਆਧਾਰਿਤ ਹੈ ਔਰ ਇਹਨੂੰ ਅਗਰ ਮੈਂ ਸਾਫ਼ ਸ਼ਬਦਾਂ 'ਚ ਕਹਾਂ ਤੇ ਹਰ ਪਾਸੇ ਰੈਵਨਿਊ ਮਾਡਲ ਵੇਖਿਆ ਜਾਂਦਾ ਜੀ। ਸੋ ਰੈਵਨਿਊ ਕੀ ਆ ਕਿ ਸਟੂਡੈਂਟਸ ਆਉਂਦੇ ਨੇ, ਬਹੁਤ ਵੱਡਾ ਮਾਲੀਆ ਨਾਲ ਲੈ ਕੇ ਆਉਂਦੇ ਆ, ਇਹ ਪੈਸਾ ਇੱਥੇ ਕੈਨੇਡਾ ਦੀ ਇਕਨੋਮੀ 'ਚ ਇਨਵੈਸਟ ਹੁੰਦਾ ਆ, ਇਹ ਕੈਨੇਡਾ ਦੀ ਇਕਨੋਮੀ ਨੂੰ ਚਲਾਉਂਦਾ। ਜਿੱਦਾਂ ਆਪਾਂ ਹੁਣੇ ਗੱਲ ਕੀਤੀ ਕਿ GST ਕਲੈਕਸ਼ਨ ਨਹੀਂ ਹੋਣ ਕਰਕੇ ਨਵਾਂ ਕਾਨੂੰਨ ਆ ਗਿਆ। ਸੋ AIP ਸਪੈਸ਼ਲ ਇੱਕ ਸੈਪਟੰਬਰ ਇਨਟੇਕ ਲਈ ਇੱਕ ਨਵੀਂ ਟਰਮੀਨੋਲੋਜੀ ਲੈ ਕੇ ਆ ਗਈ ਕਿ AIP ਦੇ ਦਿਓ, ਚਾਹੇ ਬੱਚਿਆਂ ਦੀ VFS ਨਹੀਂ ਖੁੱਲੇ, ਐਮਬੈਸੀ ਨਹੀਂ ਖੁੱਲੀ, ਚਾਹੇ ਮਤਲਬ ਕੋਈ ਚੀਜ਼ ਆਪਰੇਸ਼ਨਲ ਨਹੀਂ ਆ, ਬਟ ਫਿਰ ਵੀ ਬਿਜ਼ਨਸ ਲੂਜ਼ ਨਹੀਂ ਕੀਤਾ ਜਾਵੇ। ਸੋ ਬਿਜ਼ਨਸ ਨੂੰ ਲੂਜ਼ ਨਹੀਂ ਕਰਨਾ, ਇਹਨੂੰ ਹੀ ਬਿਜ਼ਨਸ ਮਾਡਲ ਹੈ ਇਹ ਐਗਜ਼ੈਕਟਲੀ। ਸੋ ਇੱਥੇ ਬਿਜ਼ਨਸ ਮਾਡਲ ਹੈ ਕਿ ਜਦੋਂ ਤੁਹਾਡੇ ਕੋਲ ਇਹ ਡਿਮਾਂਡ ਐਂਡ ਸਪਲਾਈ ਦੀ ਖੇਡ ਆ, ਜਦੋਂ ਤੁਹਾਡੇ ਕੋਲ ਕੈਨੇਡਾ ਦੀ ਮੰਗ ਹੈ ਕਿ ਉੱਥੇ ਇਮੀਗ੍ਰੈਂਟਸ ਦੀ ਮੰਗ ਇੰਨੀ ਆ ਤੇ ਉਹਦੇ 'ਚ ਜਾ ਸਿਰਫ ਇੰਨਾ ਇੱਕ ਤਬਕਾ ਰਿਹਾ ਆ, ਸੋ ਇਹਦਾ ਸਕਸੈਸ ਦੇ ਚਾਂਸਸ ਆਟੋਮੈਟਿਕਲੀ ਜ਼ਿਆਦਾ ਆ ਬਿਕੋਜ਼ ਇਹਨਾਂ ਦੀ ਡਿਮਾਂਡ ਜ਼ਿਆਦਾ ਆ ਤੇ ਸਪਲਾਈ ਘਟ ਗਈ ਜੀ। ਸੋ ਆਬਵੀਅਸਲੀ ਉਹਦੇ ਵਿੱਚ ਜਿਹੜੇ ਬੱਚਿਆਂ ਦੇ ਪ੍ਰੋਫਾਈਲ ਨਹੀਂ ਓਕੇ ਸੀ, ਹੁਣ ਇੱਥੇ ਉਹ ਵੀ ਓਕੇ ਹੋ ਗਏ ਆ ਬਿਕੋਜ਼ ਕੈਨੇਡਾ ਨੇ ਕੁਆਲਿਟੀ ਕੰਪਰੋਮਾਈਜ਼ ਬਹੁਤ ਜ਼ਿਆਦਾ ਨਹੀਂ ਕੀਤਾ ਬਿਕੋਜ਼ ਬੇਸਿਕ ਬੈਂਚਮਾਰਕ ਕੀ ਆ ਕਿ 6 ਬੈਂਡ ਵਾਲਾ ਬੱਚਾ। ਸੋ 6 ਬੈਂਡ ਵਾਲੇ ਬੱਚੇ ਅੱਗੇ ਅਗਰ ਕੈਨੇਡਾ ਸੈਂਸਿਟਿਵ ਸੀਗਾ ਕਿ ਸਾਡੇ ਕੋਲ 1 ਸਾਲ ਤੋਂ ਵੱਧ ਦਾ ਗੈਪ ਹੋਇਆ ਜਾਂ 2 ਸਾਲ ਦਾ ਗੈਪ ਹੋਇਆ ਤਾਂ ਅਸੀਂ ਇਹ ਬੱਚਾ ਲਈਏ ਜਾਂ ਨਾ ਲਈਏ। ਹੁਣ ਉਹਦੀ ਕੰਪਰੋਮਾਈਜ਼ ਕਰਨ ਦੀ ਸਿਚੁਏਸ਼ਨ ਆ ਗਈ ਕਿ ਯਾਰ ਬੱਚੇ ਕੋ 6 ਬੈਂਡ ਤੇ ਹੈਗੇ ਆ, ਸਟੂਡੈਂਟ ਤੇ ਹੈ ਆ ਨਾ, ਸੋ ਫੀਸ ਤਾਂ ਪੇ ਕਰ ਰੱਖੀ ਹੈ ਇਹਨਾਂ ਨੇ, ਸੋ ਇਹ ਲੈ ਸਕਦੇ ਆ। ਸੋ ਜਿਹੜੇ ਬੱਚਿਆਂ ਦੇ ਵੀਜ਼ਾ ਰਿਫਿਊਜ਼ਲ ਹੋਏ ਆ, ਜਿਹੜੇ ਬੱਚਿਆਂ ਦੇ ਕੋਲ ਲਾਈਕ ਜਿਹੜੀ ਪਾਸਟ ਹਿਸਟਰੀ ਅਕੈਡਮਿਕ ਜਿਹਨੂੰ ਅਸੀਂ ਪ੍ਰੋਗਰੈਸ਼ਨ ਨਹੀਂ ਦਿਸ ਰਹੀ ਜਾਂ ਪੜ੍ਹਾਈ ਦੇ ਵਿੱਚ ਗੈਪਸ ਆ, ਉਹ ਸਾਰੇ ਬੱਚਿਆਂ ਨੂੰ ਫਾਇਦਾ ਇਸ ਦੇ ਵਿੱਚ। ਸੋ ਜਿਹੜੇ ਬੱਚਿਆਂ ਤੁਸੀਂ ਚਲੋ ਵੀ ਜਿਨ੍ਹਾਂ ਨੂੰ ਤੁਸੀਂ ਨਹੀਂ ਸੋਚ ਸਕਦੇ ਸੀ ਕਿ ਇਹਨਾਂ ਦਾ ਵੀਜ਼ਾ ਆਊਗਾ, ਉਹਨਾਂ ਦਾ ਵੀਜ਼ਾ ਵੀ ਆਇਆ ਹੋਏਗਾ ਜੀ। ਅੱਛਾ ਵਰਿੰਦਰ ਜੀ, ਇਹਦੇ ਨਾਲ ਹੀ ਇੱਕ ਸਵਾਲ ਮੇਰੇ ਮਨ ਦੇ ਵਿੱਚ ਆਇਆ ਹੈ ਕਿ ਬਹੁਤ ਸਾਰੀਆਂ ਐਡਸ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਵੱਖਰੀਆਂ ਵੱਖਰੀਆਂ ਇਮੀਗ੍ਰੇਸ਼ਨ ਕੰਪਨੀਆਂ ਦੀਆਂ, ਉਹ ਕਹਿ ਰਹੀਆਂ ਕਿ 4 ਲੱਖ ਦੇ ਦਿਓ, 2 ਲੱਖ ਦੇ ਦਿਓ ਤੇ 5.5 ਵਾਲਾ ਕੈਨੇਡਾ, 5 ਬੈਂਡ ਵਾਲਾ ਵੀ ਕੈਨੇਡਾ। ਕਿੰਨੀ ਕੁ ਸੱਚਾਈ ਇਹਦੇ ਵਿੱਚ? ਚੇਂਜ ਕੀਤਾ ਕੁਝ ਕ੍ਰਾਈਟੇਰੀਆ ਕੈਨੇਡਾ ਅਸਲ ਕੈਨੇਡਾ ਨੇ, ਮੈਂ ਜਿੱਦਾਂ ਇੱਕ ਅੱਖਰ ਬੋਲਿਆ ਨਾ, ਕੈਨੇਡਾ ਨੇ ਕੁਆਲਿਟੀ ਕੰਪਰੋਮਾਈਜ਼ ਕਦੇ ਨਹੀਂ ਕੀਤਾ, ਪਰ ਦੁਨੀਆ 'ਚ ਬਹੁਤ ਸਾਰੀਆਂ ਕੈਟਾਗਰੀਜ਼ ਹੁੰਦੀਆਂ। ਤੁਸੀਂ ਕੱਲੀ ਇੰਗਲਿਸ਼ ਪੜ੍ਹਨ ਜਾਣਾ ਚਾਹੋ, ਕੈਨੇਡਾ ਉਹਦੀ ਵੀ ਕੈਟਾਗਰੀ ਹੈਗੀ ਆ। ਤੁਸੀਂ ਆਪਣੇ ਬੱਚੇ ਨੂੰ 4ਥੀ 'ਚ ਪੜ੍ਹਨ ਡਿਆ, ਤੁਸੀਂ ਉਹਨੇ ਕੈਨੇਡਾ ਪੜ੍ਹਨ ਜਾਣਾ, ਤੁਹਾਡਾ ਬੱਚੇ ਦਾ ਕੋਈ ਦਾਦਾ ਦਾਦੀ ਉੱਥੇ ਰਹਿੰਦਾ ਆ, ਸਪੋਜ਼ ਤੁਸੀਂ ਇੱਥੇ ਹੋ, ਚਾਹੁੰਦੇ ਹੋ ਕਿ ਬੱਚਾ ਦਾਦੇ ਕੋਲ ਰਹਿ ਕੇ ਪੜ੍ਹ ਲਵੇ ਜਾਂ ਨਾਨਕੇ ਰਹਿ ਕੇ ਪੜ੍ਹ ਲੇ, ਪ੍ਰੋਵੀਜ਼ਨ ਸਾਰੀਆਂ ਹੈਗੀਆਂ। ਸੋ ਇਹਨਾਂ 'ਚ ਅਨਐਥੀਕਲ ਜਾਂ ਰੋਂਗ ਕੁਛ ਨਹੀਂ ਆ, ਬਟ ਇਹ ਵੀਜ਼ਾ ਸਕਸੈਸ ਪੁਆਇੰਟ ਆਫ ਵਿਊ ਤੋਂ ਇਹ ਗੜਬੜ ਵਾਲੀਆਂ ਚੀਜ਼ਾਂ ਨੇ। ਤੁਸੀਂ ਸੋਚੋ ਵੀ ਇੰਡੀਆ ਉਹ ਮੁਲਕ ਹੈ ਜਿੱਥੇ ਗੋਰੇ ਹੋਣ ਵਾਲੀਆਂ ਕਰੀਮਾਂ ਸ਼ੁਰੂ ਤੋਂ ਮਿਲਦੀਆਂ ਨੇ, ਸ਼ੁਰੂ ਤੋਂ ਵਿਕਦੀਆਂ ਨੇ, ਪਰ ਕਿੰਨਾ ਕਿ ਇੰਡੀਆ ਦਾ ਰੰਗ ਬਦਲਿਆ ਇਹਨਾਂ ਨੇ। ਸੋ ਮਾਰਕੀਟਿੰਗ ਅਲੱਗ ਚੀਜ਼ ਆ, ਮਾਰਕੀਟਿੰਗ ਦਾ ਮੁੱਦਾ ਬਿਲਕੁਲ ਹੀ ਅਲੱਗ ਆ। ਸੋ ਉਹਨਾਂ ਨੂੰ ਮਾਰਕੀਟ ਕੀਤਾ ਜਾ ਰਿਹਾ, ਪੇਸ਼ ਕੀਤਾ ਜਾ ਰਿਹਾ, ਬਟ ਇਹ ਸਭ ਤੋਂ ਵੱਧ ਸਿਆਣੇ ਲੋਕਾਂ ਨੂੰ ਹੋਣਾ ਪੈਣਾ ਆ, ਜਨਤਾ ਨੂੰ ਹੋਣਾ ਪੈਣਾ ਆ ਕਿ ਉਹਨਾਂ ਨੂੰ ਸਮਝ ਹੋਵੇ ਵੀ ਤੁਸੀਂ ਕਿਸੇ ਕਾਲਜ ਦੀ ਪਾਲਿਸੀ ਚੈੱਕ ਕਰਦੇ ਹੋ, ਉੱਥੇ ਲਿਖਿਆ 6 ਬੈਂਡ, ਏਜੰਟ ਕਹਿੰਦਾ 5 ਬੈਂਡ ਤੇ ਆ ਜਾਓ। ਸੋ ਆਬਵੀਅਸਲੀ ਉਹਦੇ 'ਚ ਏਜੰਟ ਦਾ ਮਾੜਾ ਮੋਟਾ ਕੋਈ ਨਾ ਕੋਈ ਫਾਇਦਾ ਹੈ ਉਹਦੇ 'ਚ ਵੀ, ਚੱਲ ਮੈਨੂੰ ਐਪਲੀਕੇਸ਼ਨ ਕਾਸਟ ਦੇਗਾ ਜਾਂ ਕੋਈ ਨਾ ਕੋਈ ਮੇਰੇ ਪ੍ਰੋਸੈਸ 'ਚ ਪਏਗਾ। ਸੋ 6 ਬੈਂਡ ਤੋਂ ਥੱਲੇ ਕੈਨੇਡਾ ਦਾ ਵੀਜ਼ਾ ਮਤ ਅਪਲਾਈ ਕਰੋ ਅਗਰ ਤੁਹਾਡੇ ਕੋਲ, ਬਿਕੋਜ਼ ਅਪਲਾਈ ਕਰਨ ਦੇ ਚਾਂਸਸ ਬਥੇਰੇ ਹੋ ਸਕਦੇ ਆ। ਤੁਸੀਂ ਬਿਨਾਂ ਆਈਲੈਟਸ ਵੀ ਪੜ੍ਹਨ ਜਾਣਾ ਚਾਹੋ, ਯੈਸ ਉਹਦੇ 'ਚ ਵੀ ਪ੍ਰੋਵੀਜ਼ਨਸ ਨੇ, ਬਟ ਜਦੋਂ ਤੁਸੀਂ ਪਰਸੈਂਟੇਜ ਵੇਖੋਗੇ ਕੁਆਲਿਟੀ ਵਾਲੇ ਸਟੂਡੈਂਟਸ ਦੀ, ਉਹਦੇ 'ਚ ਇਹ ਬੱਚੇ ਪਿੱਛੇ ਰਹਿਣਗੇ, ਇਹ ਨਿਕਲਣਗੇ ਨਹੀਂ। ਜਾਂ 100 ਚੋਂ ਕਿਤੇ ਇੱਕ ਦੇ ਦਾ ਵੀਜ਼ਾ ਆ ਗਿਆ, ਉਹ ਦੈਟ ਡਜ਼ਨਟ ਬਿਕਮ ਅ ਰੂਟ। ਵੀ ਤੁਸੀਂ ਅਗਰ 6 ਬੈਂਡ ਵਾਲੇ 100 ਬੱਚੇ ਅਪਲਾਈ ਕਰਦੇ ਹੋ, ਉਹਦੇ 'ਚੋਂ 2-4 ਬੱਚਿਆਂ ਦੇ ਵੀਜ਼ਾ ਰਿਜੈਕਟ ਹੋ ਸਕਦੇ ਆ, ਬਟ ਦੂਸਰੇ ਪਾਸੇ ਅਗਰ ਤੁਸੀਂ ਬਿਨਾਂ ਆਈਲੈਟਸ ਵਾਲੇ ਜਾਂ ਘੱਟ ਬੈਂਡ ਵਾਲੇ ਬੱਚੇ ਲਾਈਕ ਅਪਲਾਈ ਕਰਦੇ ਹੋ, 100 ਦੇ ਵਿੱਚੋਂ 1-2 ਵੀਜ਼ੇ ਆਉਣਗੇ। ਸੋ ਤੁਸੀਂ ਖੁਦ ਤੈਅ ਕਰੋ ਕਿ ਕਿਸ ਪਾਸੇ ਨੂੰ ਜਾਣਾ ਚਾਹੀਦਾ ਆ। ਬਿਲਕੁਲ ਅਰਵਿੰਦਰ ਜੀ, ਸਮਾਂ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਕੁਝ ਹੋਰ ਸਵਾਲ ਲੈ ਕੇ। ਖਬਰਾਂ ਦੀਆਂ ਅੰਦਰਲੀਆਂ ਪਰਤਾਂ ਵਿੱਚ ਕੀ ਹੈ? ਖਬਰਾਂ ਦੇ ਪਿਛੋਕੜ ਦਾ ਕੀ ਹੈ ਸੱਚ? ਬਿਆਨ ਕਰੇਗਾ ਸਾਡਾ ਪ੍ਰੋਗਰਾਮ ਪੰਜਾਬ ਮੇਲ ਖਬਰ ਜੰਕਸ਼ਨ, ਸਿਰਫ ਪੰਜਾਬ ਮੇਲ US ਚੈਨਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਅਬਰੋਡ ਲੈ ਕੇ। ਸਾਡੇ ਨਾਲ ਬਣੇ ਹੋਏ ਨੇ ਅਰਵਿੰਦਰ ਜੀ, ਜੋ ਕਿ ਐਮਡੀ ਨੇ ਰਾਇਲ ਟਰੈਵਲਸ ਦੇ, ਔਰ ਬਹੁਤ ਸਾਰੇ ਸਵਾਲਾਂ ਦੇ ਉਹਨਾਂ ਨੇ ਜਵਾਬ ਦਿੱਤੇ। ਬਹੁਤ ਸਾਰੇ ਸਵਾਲ ਹਲੇ ਬਾਕੀ ਨੇ। ਅਰਵਿੰਦਰ ਜੀ, ਇੱਕ ਸਵਾਲ ਹੈ ਮੇਰਾ ਕਿ 50% ਕਹਿੰਦੇ ਨੇ ਕਿ ਸਟੂਡੈਂਟਸ ਨੇ ਕਰੋਨਾ ਕਰਕੇ ਨਾ ਤਾਂ AIPs ਲਈਆਂ, ਨਾ ਉਹ ਆਨਲਾਈਨ ਪੜ੍ਹਾਈ ਕਰਨ ਨੂੰ ਮੰਨੇ, ਕਿਉਂਕਿ ਸਿਸਟਮ ਨਵਾਂ ਸੀ, ਉਹਨਾਂ ਨੂੰ ਵੀ ਭਰੋਸਾ ਨਹੀਂ ਸੀ ਕਿ ਕੀ ਸਿਸਟਮ ਹੈਗਾ, ਹੈ ਨਾ। ਉਹਦੇ ਨਾਲ ਹੋਇਆ ਕਿ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਕਿ ਕੈਨੇਡਾ ਸੋਚ ਰਿਹਾ ਹੈ ਕਿ ਬੱਚੇ ਘੱਟ ਗਏ ਨੇ ਉੱਥੇ ਐਡਮਿਸ਼ਨ ਲੈਣ, ਹੈ ਨਾ, ਤੇ ਕੈਨੇਡਾ ਸੋਚ ਰਿਹਾ ਕਿ ਮਾਰਚ ਦੇ ਵਿੱਚ ਇੱਕ ਨਵਾਂ ਸੈਸ਼ਨ ਸ਼ੁਰੂ ਕੀਤਾ ਜਾਵੇ। ਕਿੰਨੀ ਕੁ ਸੱਚਾਈ ਹੈ ਇਸ ਖਬਰ ਦੇ ਵਿੱਚ? ਇਹ ਮੈਮ ਇਹਦੇ ਬੇਸਿਕਲੀ ਦੋ ਹਿੱਸੇ ਨੇ ਇਸ ਸਵਾਲ ਦੇ। ਪਹਿਲਾ ਤਾਂ ਹੈਗਾ ਕਿ ਕਿੰਨੇ % ਬੱਚਿਆਂ ਨੇ AIP ਨੂੰ ਅਸੈਪਟ ਕੀਤਾ ਜਾਂ ਕਲਾਸਿਸ ਆਨਲਾਈਨ ਸ਼ੁਰੂ ਕੀਤੀਆਂ। ਅਸੀਂ ਉਹੋ ਜਿਹੇ ਸਮਾਜ 'ਚ ਰਹਿੰਦੇ ਹਾਂ ਜਿੱਥੇ ਅਸੀਂ ਬੱਚੇ ਬੋਲਦੇ ਜ਼ਰੂਰ ਹਾਂ ਕਿ ਹਾਇਰ ਐਜੂਕੇਸ਼ਨ ਲਈ ਚੱਲੇ ਜਾਂ ਮਤਲਬ ਸਪੈਸ਼ਲਾਈਜ਼ ਐਜੂਕੇਸ਼ਨ ਲਈ ਚੱਲੇ, ਬਟ ਸਾਡਾ ਅਸਲੀ ਸੱਚਾਈ ਇਹ ਹੈ ਕਿ ਜਿਹੜਾ ਬੱਚਾ ਕੈਨੇਡਾ ਜਾਂਦਾ ਉਹ ਇੱਕ ਵਾਰੀ ਟਰਾਲਾ ਚਲਾਉਣ ਸਭ ਤੋਂ ਪਹਿਲਾਂ ਲੱਗਦਾ ਹੈ, ਤੇ ਫਿਰ ਕਰੀਅਰ ਦੀ ਕਹਾਣੀਆਂ ਬਹੁਤ ਦੂਰ ਦੀਆਂ। ਸੋ ਕਰੀਅਰਸ ਉੱਥੇ ਡਿਫਾਈਨਡ ਨਹੀਂ ਹੈ ਤੁਹਾਡੀ ਐਜੂਕੇਸ਼ਨ ਦੇ ਨਾਲ। ਸੋ ਇਸ ਕਰਕੇ ਹਰ ਕਿਸੇ ਥੌਟ ਪ੍ਰੋਸੈਸ ਕੀ ਆ ਸਾਡੇ ਪੰਜਾਬੀਆਂ ਦਾ, ਉਹ ਇਹ ਆ ਕਿ ਯਾਰ ਪੈਸੇ ਤਾਂ ਕੈਨੇਡਾ ਲਈ ਖਰਚੇ ਸੀ, ਉੱਥੇ ਜਾ ਕੇ ਪੜ੍ਹਨ ਨੂੰ ਖਰਚੇ ਸੀ, ਇਹ ਹੁਣ ਇੱਥੇ ਪੜ੍ਹਾਈ ਕਿਉਂ ਕਰੀਏ। ਦੂਸਰੀ ਗੱਲ, ਬਹੁਤ ਸਾਰੇ ਕੰਪਨੀਜ਼ ਦੇ ਕੰਟਰੈਕਟ ਨੇ ਸਟੂਡੈਂਟਸ ਨਾਲ, ਇਸ ਤਰੀਕੇ ਦੇ ਅਜੀਬ ਕੰਟਰੈਕਟਸ ਨੇ ਕਿ ਤੁਹਾਡਾ ਵੀਜ਼ਾ ਆਏਗਾ ਤੇ ਤੁਸੀਂ ਪੈਸੇ ਦਿਓਗੇ, ਰਾਈਟ ਜੀ। ਸੋ ਹੁਣ ਬੱਚਾ ਕਹਿੰਦਾ ਕਿ ਅਗਰ ਮੈਂ ਇਹਦੇ AIP ਨੂੰ ਵੀਜ਼ਾ ਮੰਨ ਲਿਆ, ਜੋ ਕਿ ਅਸਲ 'ਚ ਹਾਲੇ ਵੀਜ਼ਾ ਨਹੀਂ ਆ ਜੀ, ਤੇ ਮੈਂ ਪੈਸੇ ਹੁਣੇ ਦੇ ਦਿੱਤੇ ਤੇ ਕੱਲ ਨੂੰ ਮੇਰਾ ਵੀਜ਼ਾ ਨਹੀਂ ਆਉਂਦਾ, ਬਿਕੋਜ਼ ਫਾਈਨਲੀ ਅਸੀਂ ਉਸ ਸਮਾਜ 'ਚ ਰਹਿੰਦੇ ਜਿੱਥੇ ਕਹਿੰਦੇ ਸੀ ਕਿ ਪਹੁੰਚ ਤੇ ਪੈਸੇ, ਹੈਲੋ ਤੇ ਪੈਸੇ, ਗੱਲ ਕਰਾ ਕੇ ਪੈਸੇ। ਸੋ ਸਾਡਾ ਪਿਛੋਕੜ ਉਸੇ ਤਰੀਕੇ ਤੋਂ ਨਿਕਲਿਆ ਹੋਇਆ ਹੈ ਜੀ। ਸੋ ਉਹ ਕਨਫਲਿਕਟ ਆ ਇੱਕ, ਬਿਕੋਜ਼ ਇਹ ਇੱਕ ਸਪੈਸ਼ਲ ਟਰਮ ਇੰਟਰੋਡਿਊਸ ਕੀਤੀ ਗਈ ਸੀ ਜਿਹਦੇ ਬਾਰੇ ਬਹੁਤ ਸਾਰੇ ਕੰਸਲਟੈਂਟਸ ਨੂੰ, ਸਟੂਡੈਂਟਸ ਨੂੰ ਜਾਂ ਕਿਸੇ ਵੀ ਗਿਆਨੀ ਨੂੰ ਇਹਦਾ ਬਹੁਤ ਜ਼ਿਆਦਾ ਨਹੀਂ ਪਤਾ ਸੀ। ਸੋ ਜਿਹੜੇ ਕੰਟਰੈਕਟਸ, ਜਿਹੜੇ ਟਰਮਸ ਆਫ ਵਰਕਿੰਗ ਆ, ਉਹ ਰਾਤੋਂ ਰਾਤ ਇਹਨਾਂ ਡਿਫਾਈਨ ਨਹੀਂ ਕੀਤੇ ਜਾ ਸਕਦੇ। ਸੋ ਇਸ ਕਰਕੇ ਸਾਡੇ ਲੋਕਾਂ ਦੀ ਤਾਦਾਦ ਘਟੀ ਹੈ। ਹਾਂ, ਸਭ ਨੂੰ ਇਹ ਪਤਾ ਹੁੰਦਾ ਕਿ ਮੇਰੇ ਕੋਲ 100% ਮੇਰੀ ਅਟੈਂਡੈਂਸ ਚਾਹੀਦੀ ਹੈ, ਜਾਂ ਮੈਂ ਅਗਰ ਐਨਰੋਲ ਕਰੂੰਗਾ ਮੇਰੇ ਵੀਜ਼ਾ ਹੀ ਤਾਂ ਆਉਣਾ ਆ। ਫਿਰ ਤੁਸੀਂ ਵੇਖਦੇ 100% ਬੱਚਿਆਂ ਦੇ ਜਿਹੜੇ ਅਟੈਂਡੈਂਸ ਹੋਣੀ ਸੀਗੀ। ਜਦੋਂ ਤੋਂ ਪਤਾ ਲੱਗਾ ਸਾਡੇ ਪੰਜਾਬੀਆਂ ਨੂੰ ਕਿ ਅਗਰ ਤੁਹਾਡੇ ਕੋਲ 6 ਬੈਂਡ ਹੈ, ਤੁਸੀਂ ਕੈਨੇਡਾ ਵੱਟ ਤੇ ਪਿਆ, ਕੈਨੇਡਾ ਜਾ ਸਕਦੇ ਹੋ। ਤੁਸੀਂ ਸੋਚੋ ਕਿ ਸਭ ਸਕੂਲਾਂ ਦੀ ਅੰਗਰੇਜ਼ੀ ਦੇ ਲੈਵਲ ਚੰਗੇ ਹੋ ਗਏ, ਸਾਰੇ ਬੱਚੇ ਤੁਸੀਂ ਸਾਡੇ ਕੋਲ ਨਾ, ਅਗਰ ਅਸੀਂ 10 ਸਾਲ ਪਹਿਲਾਂ ਦੀ ਗੱਲ ਕਰੀਏ, 6 ਬੈਂਡ ਵਾਲਾ ਬੱਚਾ ਇਦਾਂ ਸੀਗਾ ਵੀ ਜਿੱਦਾਂ ਕੋਈ ਹੀਰਾ ਲੱਭਣ ਦੀ ਗੱਲ ਹੈ, ਵੀ ਸਪੈਸ਼ਲ ਵੀ ਪੂਰੇ ਢੇਰ ਚੋਂ ਇੱਕ ਬੱਚਾ ਲੱਭਿਆ। ਹੁਣ ਤੁਸੀਂ ਵੇਖੋ ਇਹ ਕਾਮਨ ਨੰਬਰ ਆ। ਬਿਲਕੁਲ ਹੁਣ ਸਾਡੇ ਕੋਲੋਂ ਸਕੂਲਸ ਤੋਂ ਬੱਚਿਆਂ ਦੇ ਕੋਲੋਂ ਪੇਰੈਂਟਸ ਦੀ ਐਕਸਪੈਕਟੇਸ਼ਨ ਕੀ ਆ ਕਿ ਤੁਸੀਂ ਜਿਹੜੇ ਮਰਜ਼ੀ ਫੀਸਾਂ ਵਾਲੇ ਸਕੂਲ 'ਚ ਪੜ੍ਹਾਓ, ਚਾਹੇ ਜਿੰਨਾ ਮਰਜ਼ੀ ਕਨਵੈਂਟ ਹੋਵੇ, ਪ੍ਰਾਈਵੇਟ ਹੋਵੇ, ਜਿੱਦਾਂ ਦਾ ਮਰਜ਼ੀ ਸਕੂਲ ਹੋਵੇ, ਐਕਸਪੈਕਟੇਸ਼ਨ ਕੀ ਆ? ਅੱਛਾ, ਬੱਚਾ ਅੰਗਰੇਜ਼ੀ ਬੋਲ ਲੈਂਦਾ ਕਿ ਨਹੀਂ। ਸੋ ਅਸੀਂ ਲਿਆਕਤ ਦਾ ਫਾਰਮੂਲੇ ਚੇਂਜ ਕਰ ਲਏ ਇਸੇ ਕਰਕੇ ਕਿ ਲਿਆਕਤ ਕਦ ਨਾਲ ਇੰਗਲਿਸ਼ ਦੇ ਨਾਲ ਜੁੜ ਗਈ ਹੈ। ਸੋ ਉਹ ਰੀਜ਼ਨਸ ਨੇ ਕਿ ਸਾਡੇ ਕੋਲ ਬੱਚਿਆਂ ਨੂੰ ਲਾਈਕ ਅਗਰ ਪਤਾ ਹੁੰਦਾ ਕਿ ਫਿਰ ਇਹਨਾਂ ਦੀ ਅਟੈਂਡੈਂਸ ਪੂਰਾ ਹੁੰਦੀ। ਸੋ ਤੁਹਾਡਾ ਦੂਸਰਾ ਸੀਗਾ ਸਵਾਲ ਕਿ ਉਹਦੇ 'ਚ ਜਿਹੜੀ ਇਨਟੇਕ ਆ ਉਹ ਮਾਰਚ ਤੱਕ ਲੈ ਗਏ। ਯੈਸ, ਇਹ ਬਿਲਕੁਲ ਪ੍ਰੈਕਟੀਕਲ ਆ, ਬਿਕੋਜ਼ ਜਿੱਦਾਂ ਮੈਂ ਦੱਸਿਆ ਕਿ ਕੈਨੇਡਾ ਦੇ ਵਿੱਚ ਸਾਡੇ ਕੋਲ 3 ਟਰਮਸ ਨੇ। ਯੂ ਹੈਵ ਸੈਪਟੰਬਰ, ਦੈਨ ਉਸ ਤੋਂ ਬਾਅਦ ਜਨਵਰੀ ਹੈ, ਦੈਨ ਮਈ ਆ। ਸੋ ਅਸਲ 'ਚ ਸਾਨੂੰ ਸਮਝਣਾ ਪਊਗਾ, ਸਾਨੂੰ ਲੱਗਦਾ ਕਿ ਸ਼ਾਇਦ ਸਾਰੀਆਂ ਇਕੁਅਲ ਇਨਟੇਕਸ ਨੇ, ਬਟ ਅਸਲ 'ਚ ਬਿਲਕੁਲ ਪੁੱਠਾ ਆ। ਜਿਹੜੀ ਸੈਪਟੰਬਰ ਇਨਟੇਕ ਹੈ ਉਹ ਕੈਨੇਡਾ ਦੀ ਸਭ ਤੋਂ ਵੱਡੀ ਇਨਟੇਕ ਹੈ। ਸੋ ਕਿਸੇ ਵੀ ਕਾਲਜ ਦੇ ਵਿੱਚ ਅਗਰ ਸਪੋਜ਼ ਕਰੋ 1200 ਪ੍ਰੋਗਰਾਮ ਰਨ ਹੁੰਦੇ ਤਾਂ 100% ਪ੍ਰੋਗਰਾਮਸ ਜਿਹੜੇ ਆ ਉਹ ਸੈਪਟੰਬਰ ਦੇ ਵਿੱਚ ਸਟਾਰਟ ਹੁੰਦੇ ਆ, ਰਨ ਹੁੰਦੇ ਆ। ਪਰ ਜਦੋਂ ਤੁਸੀਂ ਜਨਵਰੀ 'ਚ ਜਾਂਦੇ ਹੋ, ਜਨਵਰੀ ਦੇ ਵਿੱਚ ਮੇਬੀ ਉਹਦੇ 'ਚੋਂ ਜਸਟ 30% ਪ੍ਰੋਗਰਾਮਸ ਨੇ ਜਿਹੜੇ ਜਨਵਰੀ ਦੇ ਵਿੱਚ ਸ਼ੁਰੂ ਹੁੰਦੇ ਹੋ। ਸੋ ਇਸੇ ਤਰੀਕੇ ਨਾਲ ਹੀ ਮਈ ਆ, ਜਿਹੜਾ ਮਈ ਦੇ ਵਿੱਚ ਵੀ ਸਾਡੇ ਕੋਲ ਜਿਹੜੇ 100% ਪ੍ਰੋਗਰਾਮ ਨਹੀਂ ਆ। ਸੋ ਛੋਟਾ ਉਹਨਾਂ ਦਾ ਇੱਕ ਪੋਰਸ਼ਨ ਹੈ ਜਿਹੜਾ ਲਾਈਕ ਉਹੀ 30-40% ਜਿਹੜੇ ਪ੍ਰੋਗਰਾਮਸ ਉਹ ਰਨ ਹੁੰਦੇ ਆ। ਹੁਣ ਕੋਵਿਡ ਕਰਕੇ ਹੋਇਆ ਕਿ ਸਾਡਾ ਜਿਹੜਾ ਸੈਪਟੰਬਰ ਇਨਟੇਕ ਸੀ ਉਹ ਆਲਮੋਸਟ ਜਿੱਦਾਂ ਫਿਲ ਅਪ ਹੁੰਦਾ ਕੈਨੇਡਾ ਦਾ, ਉਹ ਹੋਇਆ ਨਹੀਂ। ਸੋ ਉਹਦਾ ਕਰਕੇ ਪ੍ਰੈਕਟੀਕਲ ਤਰੀਕਾ ਕੀ ਆ ਕਿ ਇਹ ਸੈਪਟੰਬਰ ਜਿਹੜੇ ਪ੍ਰੋਗਰਾਮ ਰਨ ਹੋਣੇ ਸੀ ਉਹ ਉਹਨਾਂ ਨੂੰ ਅੱਗੇ ਲੈ ਗਏ। ਸੋ ਜਿਹੜੇ 100% ਪ੍ਰੋਗਰਾਮ ਸਿਰਫ ਸੈਪਟੰਬਰ 'ਚ ਰਨ ਹੁੰਦੇ ਸੀ ਜਾਂ ਸਟਾਰਟ ਹੁੰਦੇ ਸੀ, ਸੋ ਆਬਵੀਅਸਲੀ ਤੁਸੀਂ ਸਾਰਾ ਸਾਲ ਸੀਟਾਂ ਖਾਲੀ ਨਹੀਂ ਰੱਖ ਸਕਦੇ। ਜਹਾਜ਼ ਕੱਲਾ ਖਾਲੀ ਸਵਾਰੀਆਂ ਤੋਂ ਬਿਨਾਂ ਨਹੀਂ ਫਲਾਈ ਕਰ ਸਕਦਾ। ਸੋ ਯੂ ਨੀਡ ਸੀਟਸ ਟੂ ਬੀ ਫਿਲਡ। ਸੋ ਇਹ ਸੀਟਸ ਹੁਣ ਜਾ ਕੇ ਜਦੋਂ ਉਮੀਦ ਕੀਤੀ ਜਾ ਰਹੀ ਹੈ ਕਿ ਰੈਗੂਲਰ ਰੂਟੀਨ ਦੇ ਵਿੱਚ ਬੱਚੇ ਆਉਣੇ ਸ਼ੁਰੂ ਹੋ ਜਾਣਗੇ, ਕਲਾਸਿਸ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਸੋ ਉਹ ਟੈਂਟੇਟਿਵ ਸਮਾਂ ਮਿੱਥਿਆ ਗਿਆ ਕਿ ਅਸੀਂ ਅਗਰ ਨਵੰਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ ਤਾਂ ਆਬਵੀਅਸਲੀ ਜਨਵਰੀ ਤੱਕ ਵੀ ਇਹ ਸਾਰਾ ਕੁਝ ਇੱਕਦਮ ਸਮੂਥ ਹੋ ਜਾਵੇ, ਪੋਸੀਬਲ ਨਹੀਂ ਆ। ਸੋ ਇਸ ਕਰਕੇ ਉਹਨੂੰ ਮਿਡ ਟਰਮ ਇੱਕ ਨਵੀਂ ਟਰਮ ਇਜਾਦ ਕੀਤੀ ਗਈ ਕਿ ਯੈਸ
ਸੋ ਅਸੀਂ ਮਾਰਚ ਦੇ ਵਿੱਚ ਤਕਰੀਬਨ ਜਿਹੜੀਆਂ ਕਲਾਸਿਸ ਇੱਕ ਵਾਰੀ ਦੁਬਾਰਾ ਫਿਲ ਅਪ ਕਰਨ ਦੀ ਟਰਾਈ ਕਰਾਂਗੇ। ਜੀ। ਸੋ ਇਹ ਉਹਦਾ ਇੰਪੈਕਟ ਹੈ ਬਿਲਕੁਲ ਇਹ। ਜੀ ਬਿਲਕੁਲ। ਹੁਣ ਗੱਲ ਕਰਾਂਗੇ ਯੂਕੇ ਦੀ। ਯੂਕੇ ਸਟੂਡੈਂਟਸ ਬਹੁਤਾ ਜਾਣਾ ਇਸ ਲਈ ਪਸੰਦ ਨਹੀਂ ਕਰਦੇ ਸੀ ਸਟੂਡੈਂਟ ਵੀਜ਼ਾ ਤੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਸੈਟਲ ਹੋਣ ਦੇ ਚਾਂਸਿਸ ਜਿਹੜੇ ਨੇ ਉਹ ਬਹੁਤ ਘੱਟ ਹੁੰਦੇ ਨੇ। ਪਰ ਜਦੋਂ ਰਾਹ ਕੈਨੇਡਾ ਵਾਲਾ ਬੰਦ ਹੋਇਆ, VFS ਬੰਦ ਸੀ ਔਰ AIP ਤੇ ਬਹੁਤਾ ਭਰੋਸਾ ਨਹੀਂ ਸੀ ਲੋਕਾਂ ਨੂੰ ਆਨਲਾਈਨ ਸਟੱਡੀ ਤੇ, ਤਾਂ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਮੁੜ ਗਏ ਇੰਗਲੈਂਡ ਵੱਲ ਨੂੰ, UK ਵੱਲ ਨੂੰ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਸਹੀ ਰਸਤਾ ਹੈਗਾ? ਹਾਲੇ ਵੀ ਬਹੁਤ ਸਾਰੇ ਸਟੂਡੈਂਟਸ ਇੰਗਲੈਂਡ ਨੂੰ ਪ੍ਰੈਫਰੈਂਸ ਦੇ ਰਹੇ ਨੇ। ਇੱਥੇ ਮੈਂ ਟੋਟਲੀ ਡਿਫਰ ਕਰਦਾ ਮੈਮ। ਤੁਸੀਂ ਵੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਮੇਬੀ ਬਾਏ ਦਾ ਨੈਕਸਟ ਈਅਰ, ਬਾਏ ਨੈਕਸਟ ਸੈਪਟੰਬਰ, ਤੁਸੀਂ ਵੇਖੋਗੇ ਕਿ ਕੈਨੇਡਾ ਦੇ ਨਾਲੋਂ ਇੰਗਲੈਂਡ ਆਊਟ ਨੰਬਰ ਹੋਣ ਲੱਗ ਪਏਗਾ ਪ੍ਰੈਫਰੈਂਸ ਦੇ ਵਿੱਚ। ਜੀ, ਰੀਜ਼ਨ? ਸੋ ਬਿਕੋਜ਼ ਕੈਨੇਡਾ ਨੂੰ ਤੁਸੀਂ UK ਨਾਲ ਕੰਪੇਅਰ ਨਹੀਂ ਕਰ ਸਕਦੇ। ਰੀਜ਼ਨ ਉਹਦਾ ਸਭ ਤੋਂ ਵੱਡਾ ਹੈ ਕਿ ਕੈਨੇਡਾ ਹਾਲੇ ਅੰਡਰ ਡਿਵੈਲਪ ਕੰਟਰੀ ਹੈ। ਸੋ UK ਫੁੱਲੀ ਡਿਵੈਲਪ ਕੰਟਰੀ ਆ। ਮਤਲਬ ਇੰਗਲੈਂਡ ਉਹ ਵਾਲਾ ਮੁਲਕ ਆ ਜਿੱਥੇ ਤੁਸੀਂ ਇੱਕ ਇੱਟ ਵੀ ਚੱਕ ਕੇ ਦੂਜੇ ਪਾਸੇ ਰੱਖਣ ਦੀ ਗੱਲ ਕਰੋਗੇ ਤਾਂ ਉਹ ਸ਼ਾਇਦ ਅਜੀਬ ਆ। ਸੋ ਕੈਨੇਡਾ ਹਾਲੇ ਨਵਾਂ ਮੁਲਕ ਆ, ਐਕਸਪਲੋਰ ਹੋ ਰਿਹਾ, ਲੋਕ ਜਾਂਦੇ ਨੇ, ਕੈਨੇਡਾ ਵੱਸਦਾ ਆ, ਕੈਨੇਡਾ ਵੱਸਦਾ ਹੈ ਤਾਂ ਉਹਦੀ ਇਨਕਮ ਵੱਧਦੀ ਆ। ਸੋ ਆ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਕੈਨੇਡਾ ਨੇ ਐਤਕੀ ਨਵੀਂ ਡਿਫਾਈਨ ਕੀਤੀ ਆ। ਕੈਨੇਡਾ ਨੇ 1.2 ਮਿਲੀਅਨ ਯਾਨੀ ਕਿ 12 ਲੱਖ ਜਿਹੜੇ ਇਮੀਗ੍ਰੈਂਟ ਕੇਸਿਸ ਆ ਉਹਨਾਂ ਨੂੰ ਮਨਜ਼ੂਰੀ ਦਿੱਤੀ ਆ ਫॉर द ਨੈਕਸਟ 3 ਇਅਰਸ। ਜੀ। ਸੋ ਤੁਸੀਂ 21 22 23 ਦੇ ਵਿੱਚ 4 ਲੱਖ ਇਮੀਗ੍ਰੈਂਟਸ, ਮੋਰ ਦੈਨ 4 ਲੱਖ। ਜੀ। ਸੋ ਹਰ ਸਾਲ ਉਹਨਾਂ ਨੇ ਭਰਤੀ ਕਰਨੇ ਆ। ਸੋ ਕੈਨੇਡਾ ਦੀ ਵਿਨ ਸਿਚੁਏਸ਼ਨ ਆ ਸਟੂਡੈਂਟਸ ਦੇ ਨਾਲ ਵੀ ਔਰ ਇਮੀਗ੍ਰੈਂਟਸ ਦੇ ਨਾਲ ਵੀ। ਬਿਕੋਜ਼ ਕੈਨੇਡਾ ਨੂੰ ਸਿਆਣਾ ਬੰਦਾ ਆ ਕੇ ਉਸ ਸਮਾਜ 'ਚ ਵੱਸ ਜਾਂਦਾ, ਇਹ ਉਹਦੀ ਇਕਨੋਮੀ ਨੂੰ ਪੁਸ਼ ਦਿੰਦਾ ਹੈ। ਪਰ ਇੰਗਲੈਂਡ ਦੇ ਨਾਲ ਕੰਪੈਰੀਜ਼ਨ ਅਗਰ ਤੁਸੀਂ ਗੱਲ ਕਰੋਗੇ, ਇੰਗਲੈਂਡ ਬਿਲਕੁਲ ਕਰੀਅਰ ਓਰੀਐਂਟਡ ਐਜੂਕੇਸ਼ਨ ਦਾ, ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਇਹ ਟਰਾਲਾ ਜ਼ਰੂਰ ਚਲਾਉਣਗੇ। ਕਾਰਨ ਕੀ ਆ ਕਿ ਤੁਸੀਂ ਜੌਬ ਓਰੀਐਂਟਡ ਐਜੂਕੇਸ਼ਨ ਨਹੀਂ ਆ ਹਾਲੇ। ਸੋ ਅਸੀਂ ਉੱਥੇ ਇੰਪਲੋਏਬਿਲਟੀ ਦੇ ਚੱਕਰ 'ਚ ਜਾਂਦੇ ਹਾਂ ਕਿ ਇੱਕ ਤਾਂ ਈਜ਼ੀ PR ਹੈ, ਇੱਕ ਉੱਥੇ ਸਾਡੇ ਕੋਲ ਸੈਟਲਮੈਂਟ ਈਜ਼ੀ ਆ, ਦੂਸਰੀ ਸਾਡੇ ਕੋਲ ਜਿਹੜੀ ਆ ਪੜ੍ਹਾਈ ਆ ਉਹ ਈਜ਼ੀ ਆ, ਸੌਖੀ ਆ, ਔਰ ਇਹਦੇ ਨਾਲ ਅਸੀਂ ਕਰੀਅਰਸ ਹਾਲੇ ਨਹੀਂ ਜੋੜ ਕੇ ਵੇਖਦੇ। ਤੁਸੀਂ ਬਹੁਤ ਸਾਰੇ ਲੋਕ ਹਾਲੇ ਤੱਕ ਕੈਨੇਡਾ ਤੋਂ ਵਾਪਸ ਆ ਕੇ ਇੰਡੀਆ 'ਚ ਕੰਮ ਕਰਦੇ, ਕੰਪਨੀਆਂ ਖੋਲਦੇ, ਹੋ ਜਾ ਤੁਸੀਂ ਵੇਖਿਆ ਨਹੀਂ ਆ। ਪਰ ਇੰਗਲੈਂਡ ਦੇ ਵਿੱਚ ਸਾਨੂੰ ਇਹਦੀ ਸਮਝ ਕਿਉਂ ਨਹੀਂ ਹੈ? ਬਿਕੋਜ਼ ਇੰਗਲੈਂਡ ਦੇ ਵਿੱਚ ਹਾਲੇ ਸਾਡੇ ਸਮਾਜ ਦੇ ਵਿੱਚ ਯੂਨੀਵਰਸਿਟੀ ਗ੍ਰੈਜੂਏਟਸ ਨਹੀਂ ਆ। ਵੀ ਡੋਂਟ ਹੈਵ ਯੂਨੀਵਰਸਿਟੀ ਪਾਸ ਆਊਟਸ। ਸਾਡੇ ਕੋਲ ਹਾਲੇ ਇੰਗਲੈਂਡ ਜਿਹੜੇ 10 ਸਾਲ ਪਹਿਲਾਂ ਬੱਚੇ ਗਏ ਸੀ, ਕਾਲਜਾਂ 'ਚ ਗਏ ਸੀ, ਕਾਲਜ ਬਲੈਕ ਲਿਸਟ ਹੋ ਗਏ, ਉਸ ਤੋਂ ਬਾਅਦ ਚੱਲ ਨਹੀਂ ਪਾਇਆ ਕੁਝ ਵੀ, ਉਹ ਕੋਈ 4 ਸਾਲ ਬਾਅਦ ਆ ਗਿਆ, ਕੋਈ 10 ਸਾਲ ਬਾਅਦ ਆ ਗਿਆ, ਬਟ ਸਾਰੇ ਵਾਪਸ ਆਏ। ਸੋ EU ਯੂਰਪੀਅਨ ਯੂਨੀਅਨ ਦੇ ਬੰਦ ਹੋਣ ਤੋਂ ਬਾਅਦ 31 ਦਸੰਬਰ 2020 ਦੇ ਵਿੱਚ ਲਾਸਟ ਜਿਹੜੀ ਲਕੀਰ ਹੈ ਉਹ ਖਿੱਚੀ ਜਾ ਰਹੀ ਹੈ ਕਿ ਜਿਹੜਾ ਕਨਫਲਿਕਟ ਹੈ ਕਿਸੇ ਕਿਸਮ ਦਾ ਯੂਰਪੀਅਨ ਯੂਨੀਅਨ ਦਾ, ਉਹ ਖਤਮ ਹੋ ਜਾਏਗਾ। ਸੋ ਯੂਰਪੀਅਨ ਯੂਨੀਅਨ ਦੀ ਡਿਪੈਂਡੈਂਸ ਜਾਂ ਕਿਸੇ ਵੀ ਚੀਜ਼ ਦੇ ਵਿੱਚ ਇੰਟਰਫੀਰੈਂਸ ਬਿਲਕੁਲ ਖਤਮ ਕਰ ਦਿੱਤੀ ਗਈ ਹੈ 31 ਦਸੰਬਰ ਨੂੰ। ਔਰ UK ਨੇ ਨਵੀਂ ਇਮੀਗ੍ਰੇਸ਼ਨ ਪਾਲਿਸੀ ਲਾਂਚ ਕੀਤੀ ਹੈ 1 ਜਨਵਰੀ 2021 ਤੋਂ। ਅੱਛਾ ਜੀ। ਸੋ ਦਿਸ ਇਜ਼ ਸਮਥਿੰਗ ਨਿਊ ਬਿਕੋਜ਼ ਹੁਣ ਇੰਗਲੈਂਡ ਨੂੰ ਵੀ ਪਤਾ ਹੈ ਕਿ ਅਗਰ ਇਮੀਗ੍ਰੈਂਟ ਲਵਾਂਗੇ, ਸਿਆਣਾ ਬੰਦਾ ਲਵਾਂਗੇ, ਉਹ ਸਿੱਧਾ ਇਕਨੋਮੀ ਨੂੰ ਪੁਸ਼ ਕਰੇਗਾ। ਜੀ। ਬਿਕੋਜ਼ ਆਉਣ ਵਾਲਾ ਸਮੇਂ ਵਿੱਚ ਇੰਗਲੈਂਡ ਇੱਕ ਮੋਰੀ ਐਜੂਕੇਸ਼ਨ ਡੈਸਟੀਨੇਸ਼ਨ ਤੁਹਾਨੂੰ ਬਣਦਾ ਦਿਸੇਗਾ। ਸਾਲ 2 ਸਾਲ ਦੇ ਵਿੱਚ ਤੁਸੀਂ ਵੇਖੋਗੇ ਕਿ ਇੰਗਲੈਂਡ ਜਿੱਦਾਂ ਅਸੀਂ ਸੋਚ ਰਹੇ ਸੀਗੇ ਕਿ ਸ਼ਾਇਦ ਟੱਕਰ ਨਹੀਂ ਦੇਵੇ, ਔਰ ਸ਼ੁਰੂ ਜਦੋਂ ਲਾਂਚ ਹੋਇਆ ਸਾਨੂੰ ਵੀ ਇਹਨਾਂ ਉੱਪਰ ਕਾਫੀ ਸ਼ੱਕ ਸੀ, ਬਟ ਦ ਵੇ ਦੇ ਡਿਜ਼ਾਈਨ ਦਾ ਪਾਲਿਸੀਜ਼ ਜਿਹੜੀਆਂ ਇੱਕ ਤੋਂ ਬਾਅਦ ਇੱਕ ਚੀਜ਼ਾਂ ਕਰਦੇ ਜਾ ਰਹੇ ਆ, ਕੁਆਲਿਟੀ ਕੰਪਰੋਮਾਈਜ਼ ਹੈ ਨਹੀਂ ਸਟੂਡੈਂਟਸ ਦਾ। ਬਹੁਤ ਸਾਰੇ ਸਟੂਡੈਂਟਸ ਨੇ ਐਤਕੀ ਅਪਲਾਈ ਕੀਤਾ ਇੰਗਲੈਂਡ ਨੂੰ ਕਿ ਇੰਗਲੈਂਡ ਨੂੰ ਅਪਲਾਈ ਕਰਾਂਗੇ ਪੱਕਾ ਹੀ ਵੀਜ਼ਾ ਹੁੰਦਾ ਬਿਕੋਜ਼ ਪੁਆਇੰਟ ਬੇਸਡ ਜਿਵੇਂ ਕੰਪਨੀ ਕਹਿੰਦੇ 100% ਦੀ ਵੀਜ਼ਾ ਲੱਗੂਗਾ। ਐਗਜ਼ੈਕਟਲੀ। ਬਹੁਤ ਸਾਰੇ ਏਜੰਟਸ ਨੇ ਪੈਕੇजेस ਇਹ ਉਹ ਸਭ ਕੀਤਾ, ਮੁੜ ਕੇ ਉਹ ਵੀਡੀਓ ਕਾਨਫਰੰਸਸ ਰਾਹੀਂ ਮੁੜ ਕੇ ਵੀਡੀਓ ਸੈਸ਼ਨਸ ਰਾਹੀਂ ਕਹਿ ਰਹੇ ਆ ਜੀ ਅਸੀਂ ਅੱਜ ਤੋਂ ਬਾਅਦ ਹੱਥ ਖੜੇ ਕਰ ਲਿਆ, ਅਸੀਂ ਪੈਕੇਜ ਨਹੀਂ ਕਰਨੇ। ਸੋ ਇੰਗਲੈਂਡ ਜਿੱਦਾਂ ਦਾ ਅਸੀਂ ਸੋਚਿਆ ਸੀ ਕਿ ਸ਼ਾਇਦ 10 ਸਾਲ ਪਹਿਲਾਂ ਦਾ, ਇੰਗਲੈਂਡ ਉਦਾਂ ਦਾ ਨਹੀਂ ਹੈ। ਇੰਗਲੈਂਡ 6 ਬੈਂਡ ਤੋਂ ਥੱਲੇ ਬੱਚਾ ਨਹੀਂ ਲੈ ਰਿਹਾ, ਔਰ ਕੋਵਿਡ ਕਰਕੇ ਜਿਹੜੇ ਬੱਚਿਆਂ ਦੀ ਆਈਲੈਟਸ ਦਾ ਟੈਸਟ ਨਹੀਂ ਦੇ ਸਕੇ, ਇੰਗਲੈਂਡ ਨੇ ਪੈਰਾਮੀਟਰ ਰੱਖਿਆ ਕਿ ਉਹ 70% ਅਗਰ ਨੰਬਰ ਹੈਗੇ ਆ ਬੱਚੇ ਕੋਲ ਅੰਗਰੇਜ਼ੀ ਦੇ ਤਾਂ ਅਸੀਂ ਇਹਨੂੰ ਬਰਾਬਰ ਮੰਨ ਲੈਂਦੇ ਆ 6 ਬੈਂਡ ਦੇ। ਉਸ ਤੋਂ ਬਾਅਦ ਯੂਨੀਵਰਸਿਟੀ ਹਰ ਬੱਚੇ ਨੂੰ ਇੰਟਰਵਿਊ ਕਰ ਰਹੀ ਆ। ਕਿਸੇ ਬੱਚੇ ਨੂੰ ਆਫਰ ਲੈਟਰ ਦੇਣ ਤੋਂ ਪਹਿਲਾਂ ਯੂਨੀਵਰਸਿਟੀ ਮੇਕ ਸ਼ੋਰ ਕਿ ਬੱਚੇ ਦੀ ਕਮਿਊਨੀਕੇਸ਼ਨ ਓਕੇ ਆ, ਬੱਚਾ ਗੱਲਬਾਤ ਕਰਨ ਵਾਲਾ ਹੈਗਾ। ਲੈਣ ਵਾਲੇ ਬੱਚੇ ਦੇ ਕਰ ਰਹੇ ਆ ਜਿਨ੍ਹਾਂ ਦੇ ਕੋਲ ਬੈਂਡ ਨਹੀਂ ਹੈਗੇ, ਦੋਨਾਂ ਦੇ ਉਹਨੂੰ ਕ੍ਰੈਡੀਬਿਲਿਟੀ ਇੰਟਰਵਿਊ ਕਿਹਾ ਜਾਂਦਾ। ਅੱਛਾ। ਕਿ ਸਟੂਡੈਂਟ ਕ੍ਰੈਡੀਬਲ ਹੈਗਾ ਇੰਗਲੈਂਡ ਦੇ ਵਿੱਚ ਪੜ੍ਹਾਈ ਕਰਨ ਦੇ, ਬਿਕੋਜ਼ ਯੂਨੀਵਰਸਿਟੀ ਐਜੂਕੇਸ਼ਨ ਦਾ ਅਗਰ ਤੁਸੀਂ ਇਤਿਹਾਸ ਵੇਖੋਗੇ ਇੰਗਲੈਂਡ ਦੀਆਂ ਯੂਨੀਵਰਸਿਟੀਜ਼ ਕਰੀਅਰ ਲੀਡਿੰਗ ਨੇ। ਬਿਲਕੁਲ। ਤੁਸੀਂ ਸਾਡੇ ਡਾਕਟਰ ਮਨਮੋਹਨ ਸਿੰਘ ਵੇਖਿਆ, ਹੀ ਇਜ਼ ਅ ਕੈਂਬਰਿਜ ਐਜੂਕੇਟਡ, ਔਰ ਮਤਲਬ ਤੁਸੀਂ ਅਗਰ ਆਪਣੇ ਆਸੇ-ਪਾਸੇ ਝਾਤੀ ਮਾਰੋਗੇ, ਅਗਰ ਤੁਸੀਂ ਵੇਖੋਗੇ ਕਿ ਕੋਈ UK ਯੂਨੀਵਰਸਿਟੀ ਗ੍ਰੈਜੂਏਟ ਆ, ਤੁਹਾਨੂੰ ਤਾਂ ਕਰੀਅਰ ਕਲੀਅਰਲੀ ਦਿਸੇਗਾ। ਔਰ ਐਜ਼ ਪਰ ਡਾਟਾ ਆਲਸੋ ਕਿ ਜਿੰਨੇ UK ਦੇ ਯੂਨੀਵਰਸਿਟੀ ਗ੍ਰੈਜੂਏਟਸ ਨੇ,
81% ਕਰੀਅਰ ਸੈਟੀਸਫਾਈਡ ਲੋਕ ਨੇ। ਸੋ ਇਹ ਯੂਨੀਵਰਸਿਟੀ ਐਜੂਕੇਸ਼ਨ ਜਿਹੜੀਆਂ ਐਜੂਕੇਸ਼ਨ ਲਈ ਨਾਰਮਲ ਅਸੀਂ ਜਾਂਦੇ ਆ ਉਸ ਤੋਂ ਬਿਲਕੁਲ ਹਟ ਕੇ ਆ। ਇਹ ਬਿਲਕੁਲ ਬਿਕੋਜ਼ ਹਾਲੇ ਤੱਕ ਸਾਡੇ ਜਿੰਨੇ ਲੋਕ ਜਾਂਦੇ ਨੇ ਇੰਗਲੈਂਡ ਦੇ ਵਿੱਚ ਸਾਰੇ ਕੰਸਟਰਕਸ਼ਨ ਵਰਕਰਸ ਨੇ ਜੀ, ਚਾਹੇ ਲੀਗਲ ਗਿਆ ਚਾਹੇ ਇਲੀਗਲ, ਸਾਰੇ ਕਿਤੇ ਨਾ ਕਿਤੇ ਕੰਸਟਰਕਸ਼ਨ ਵਰਕਰ ਨੇ ਔਰ ਉਹ ਡੇਲੀ ਉਹ ਰੋਜ਼ ਦੀ ਇੰਨੇ ਪਾਉਂਡ ਦੀ ਦਿਹਾੜੀ ਸਿਰਫ ਉਸੇ ਚੱਕਰ 'ਚ ਫਸੇ ਆ। ਬਟ ਵਨਸ ਵੀ ਹੈਵ ਯੂਨੀਵਰਸਿਟੀ ਗ੍ਰੈਜੂਏਟਸ ਤੁਸੀਂ ਵੇਖੋਗੇ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਤਕਦੀਰ ਬਦਲਣਗੇ। ਸੋ ਦਿਸ ਇਜ਼ ਮਾਈ ਵਿਜ਼ਨ। ਸੋ ਟੇਕ ਯੂਕੇ ਵੈਰੀ ਸੀਰੀਅਸਲੀ। ਸੋ ਯੂਕੇ ਐਜੂਕੇਸ਼ਨ ਤੁਹਾਡੇ ਕਰੀਅਰ ਦੇ ਵਿੱਚ ਬਹੁਤ ਅਹਿਮ ਫੈਸਲਾ ਹੋ ਸਕਦਾ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇ ਸਟੂਡੈਂਟ ਪੜ੍ਹਨ ਦੇ ਵਿੱਚ ਚੰਗਾ ਹੈ ਤਾਂ ਉਹਨੂੰ ਯੂਕੇ ਜਾਣ ਬਾਰੇ ਸੋਚਣਾ ਚਾਹੀਦਾ। ਐਗਜ਼ੈਕਟਲੀ। ਸੋ ਯੂਕੇ ਨੂੰ ਤੁਸੀਂ ਬਾਕੀ ਕੰਟਰੀਜ਼ ਵਾਂਗੂ ਮਤ ਸੋਚੋ ਵੀ ਜਾਵਾਂਗੇ ਉੱਥੇ ਦਿਹਾੜੀ ਕਰਾਂਗੇ ਕੰਮਕਾਰ ਕਰਾਂਗੇ ਲਾਈਕ ਜਾਂ ਤੁਸੀਂ ਈਜ਼ੀ ਪੀਆਰ ਆਬਵੀਅਸਲੀ ਪੀਆਰ ਹਰ ਕੰਟਰੀ 'ਚ ਉਸ ਬੱਚੇ ਨੂੰ ਮਿਲਦੀ ਹੈ ਜਿਹੜਾ ਕਮਾਊ ਪੁੱਤਰ ਹੈ ਜੀ। ਜਿਹਨੇ ਪੀਆਰ ਕਿਹਨੂੰ ਮਿਲਣੀ ਹੈ? ਜੇ ਕੋਈ ਵਰਕ ਪਰਮਿਟ ਆ, ਜਿਹਨੇ ਉਸ ਤੋਂ ਬਾਅਦ ਜੌਬ ਲੈ ਲਈ, ਜਿਹਨੇ ਜੌਬ ਹਾਸਲ ਕਰ ਲਈ ਉਹ ਪੀਆਰ ਪਾ ਸਕਦਾ ਹੈ। ਸੋ ਇੰਗਲੈਂਡ ਨੇ ਵੀ ਸੇਮ ਫਾਰਮੈਟ ਰੱਖਿਆ ਆ। ਸੋ ਅਗਰ ਇੱਥੇ ਕਮਾਊ ਪੁੱਤਰ ਹੋਵੋਗੇ ਤੇ ਇੱਥੇ ਵੀ ਪੀਆਰ ਦੇ ਚਾਂਸਸ ਉਨੇ ਹੀ ਨੇ। ਸਵਾਲ ਹਲੇ ਵੈਸੇ ਮੇਰੇ ਕੋਲ ਬਹੁਤ ਸਾਰੇ ਨੇ ਪਰ ਇੱਕ ਆਖਰੀ ਸਵਾਲ ਮੈਂ ਕਰਨ ਜਾ ਰਹੀ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਘੜੀ ਕਹਿ ਰਹੀ ਹੈ ਕਿ ਖਤਮ ਹੋ ਰਿਹਾ। ਜੀ ਜੀ। ਆਸਟ੍ਰੇਲੀਆ ਯੂਕੇ ਤੋਂ ਬਾਅਦ ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਐਡਸ ਦੇਖਣ ਨੂੰ ਮਿਲ ਰਹੀਆਂ ਨੇ 5.5 ਵਾਲਾ 5 ਵਾਲਾ ਜਿਹੜਾ ਬਾਹਰ ਜਾ ਸਕਦਾ ਹੈ ਆਸਟ੍ਰੇਲੀਆ ਜਾ ਸਕਦਾ ਹੈ। ਆਸਟ੍ਰੇਲੀਆ ਜਾਣ ਦਾ ਕਿੰਨਾ ਕੁ ਫਾਇਦਾ ਔਰ ਕਿਹੜੇ ਸਟੂਡੈਂਟਸ ਬੇਸਿਕਲੀ ਆਸਟ੍ਰੇਲੀਆ ਜਾਂਦੇ ਨੇ? ਆਸਟ੍ਰੇਲੀਆ ਅਗਰ ਸਟੂਡੈਂਟਸ ਜਾਣਾ ਚਾਹੁੰਦੇ ਹੋ ਅਗੇਨ ਹੁਣ ਪੂਰੀ ਦੁਨੀਆ ਦਾ ਤਕਰੀਬਨ ਪੈਰਾਮੀਟਰਸ ਨੇ 6 ਬੈਂਡ। ਅਗਰ ਇੰਗਲੈਂਡ ਆਸਟ੍ਰੇਲੀਆ 'ਚ ਜਾਣਾ ਚਾਹੁੰਦੇ ਹੋ ਤੁਹਾਡੇ ਕੋਲ 6 ਬੈਂਡਸ ਦਾ ਅਪਲਾਈ ਤਾਂ ਕਰੋ ਤੁਸੀਂ। ਅਗੇਨ ਉਹ ਮਾਰਕੀਟਿੰਗ ਵਾਲੀ ਸਟੋਰੀ ਆ ਕਿ ਤੁਸੀਂ 5.5 ਦੇ ਉੱਪਰ ਬਹੁਤ ਸਾਰੀਆਂ ਸਟੋਰੀ ਸੁਣੀਆਂ ਕਿ 5.5 ਦੇ ਉੱਪਰ ਵੀਜ਼ਾ। ਯੈਸ ਉਹਦੀ ਪਰਸੈਂਟੇਜ ਘੱਟ ਹੈ ਬਿਕੋਜ਼ ਯੂਨੀਵਰਸਿਟੀ ਦੀ ਜਿਹੜਾ ਯੂਨੀਵਰਸਿਟੀ ਦੇ ਵਿੱਚ ਬੱਚਾ ਜਾ ਰਿਹਾ ਬਿਕੋਜ਼ ਹਰ ਉਹਦੇ ਵੀਜ਼ਾ ਦੇ ਚਾਂਸਸ ਜ਼ਿਆਦਾ ਨਹੀਂ। ਇਹ ਵੈਸੇ ਅਗਰ ਤੁਸੀਂ ਲੌਜੀਕਲੀ ਸੋਚੋ ਕਿ ਯੂਨੀਵਰਸਿਟੀ ਐਜੂਕੇਸ਼ਨ ਨੂੰ ਪ੍ਰੈਫਰ ਕਿਉਂ ਕੀਤਾ ਜਾਂਦਾ ਹੈ? ਅਗੇਨ ਕਮਰਸ ਦਾ ਮਾਡਲ ਹੈ ਕਿ ਜਿੰਨੀਆਂ ਯੂਨੀਵਰਸਿਟੀਜ਼ ਨੇ ਸਾਰੀਆਂ ਪਬਲਿਕ ਯੂਨੀਵਰਸਿਟੀਜ਼ ਨੇ ਜੀ, ਸਾਰੀਆਂ ਸਰਕਾਰੀ ਯੂਨੀਵਰਸਿਟੀ ਆ। ਅਗਰ ਤੁਸੀਂ ਪ੍ਰਾਈਵੇਟ ਕਾਲਜ 'ਚ ਜਾਂਦੇ ਹੋ ਇਹ 'ਚ ਪੈਸਾ ਜਾਏਗਾ ਕਾਲਜ, ਫਿਰ GST ਕੱਟੇਗਾ, ਫਿਰ ਕਲੈਕਸ਼ਨ ਹੋਏਗੀ, ਫਿਰ ਸਰਕਾਰ ਕੋ ਪੈਸਾ ਜਾਏਗਾ। ਔਰ ਅਗਰ ਤੁਸੀਂ ਯੂਨੀਵਰਸਿਟੀ 'ਚ ਪੈਸਾ ਲਾਉਂਦੇ ਹੋ ਇਹ ਪਬਲਿਕ ਇੰਸਟੀਟਿਊਸ਼ਨ ਹੈ ਸੋ ਪੈਸਾ ਸਿੱਧਾ ਸਰਕਾਰ ਦੇ ਕੋਲ ਜਾ ਰਿਹਾ ਹੈ। ਸੋ ਇਸ ਕਰਕੇ ਇਹ ਪ੍ਰੈਫਰਡ ਹੈ। ਹਾਲਾਂਕਿ ਸਵਾਲ ਜਿਹੜੇ ਨੇ ਬਹੁਤ ਸਾਰੇ ਨੇ ਔਰ ਮੇਰਾ ਜੀ ਕਰ ਰਿਹਾ ਹੈਗਾ, ਲਾਲਚ ਹੋ ਰਿਹਾ ਕਿ ਇੱਕ ਸਵਾਲ ਮੈਂ ਹੋਰ ਪੁੱਛ ਲਵਾਂ। ਕਹਿੰਦੇ ਨੇ ਕਿ ਜਿਹੜੇ SDS ਕਾਲਜ ਨੇ ਕੈਨੇਡਾ ਦੇ ਅੰਦਰ ਜਿਨ੍ਹਾਂ ਨੇ ਜਨਰਲ ਕੈਟੇਗਰੀ ਦੇ ਅੰਦਰ ਆਇਲਟਸ ਜਿਹੜਾ ਪਾਸ ਕੀਤਾ ਹੋਇਆ ਉਹ ਵੀ ਐਡਮਿਸ਼ਨ ਦੇ ਲਈ ਅਪਲਾਈ ਕਰ ਸਕਦੇ ਨੇ। ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ? ਇਹ ਬਿਲਕੁਲ ਸੱਚ ਹੈ ਔਰ ਇਹ ਅੱਜ ਦਾ ਸੱਚ ਨਹੀਂ ਕਾਫੀ ਪੁਰਾਣਾ ਸੱਚ ਹੈ। ਹਾਲਾਂਕਿ ਬਹੁਤ ਸਾਰੇ ਕਾਲਜ ਪਬਲਿਸਾਈਜ਼ ਸ਼ਾਇਦ ਹੁਣ ਜ਼ਿਆਦਾ ਹੋਣਾ ਸ਼ੁਰੂ ਹੋਇਆ। ਹਾਂ ਇਹ ਅਸਲ 'ਚ ਹੋਇਆ ਕਿ ਕੋਵਿਡ ਟਾਈਮ ਦੇ ਵਿੱਚ ਬਿਕੋਜ਼ ਕੈਨੇਡਾ ਦੀ ਯੂਨੀਵਰਸਿਟੀ ਕੈਨੇਡਾ ਦੀ ਜਿਹੜੀ IRCC ਏਜੰਸੀ ਹੈ ਜਿਹੜੀ ਸਰਕਾਰੀ ਏਜੰਸੀ ਇਮੀਗ੍ਰੇਸ਼ਨ ਦੀ ਉਹ ਲਗਾਤਾਰ ਵੈਬੀਨਾਰ ਕਰਕੇ ਸਟੂਡੈਂਟਸ ਨੂੰ ਅਗਾਹ ਕਰ ਰਹੀ ਸੀ ਕਿ ਕੀ ਪੋਸੀਬਲ ਆ ਕੀ ਨਹੀਂ। ਔਰ ਇਹ ਕਿਸੇ ਬੱਚੇ ਦੇ ਸਵਾਲ ਦਾ ਜਵਾਬ ਪਹਿਲੀ ਵਾਰੀ ਮਿਲਿਆ ਸੀਗਾ ਕਿ ਮੈਂ ਜਨਰਲ 'ਚ ਕੀਤੀ ਆ ਤੇ ਮੈਂ ਵੀ ਅਪਲਾਈ ਕਰ ਸਕਦਾ ਕਿ ਨਹੀਂ। ਐਂਡ ਦੇ ਸੈਡ ਕਿ ਯੈਸ ਯੂ ਕੈਨ ਅਪਲਾਈ। ਸੋ ਜਿਹੜਾ ਕਾਨੂੰਨ ਹੈ ਇਹ ਮੁੱਢ ਤੋਂ ਆ ਕਿ ਤੁਸੀਂ ਅਗਰ ਆਈਲੈਟਸ ਅਕੈਡਮਿਕ ਕੀਤਾ ਜਾਂ ਜਨਰਲ ਕੀਤਾ ਤੁਸੀਂ ਕੈਨੇਡਾ ਦੇ ਵਿੱਚ SDS ਦੇ ਅੰਡਰ ਫਾਈਲ ਲਾ ਸਕਦੇ ਹੋ। ਪਰ ਬਹੁਤ ਸਾਰੇ ਕਾਲਜਸ ਤੁਸੀਂ ਅੱਜ ਵੀ ਕਿਸੇ ਕਾਲਜ ਨੂੰ ਕਰੋਗੇ ਬਿਕੋਜ਼ ਵੀ ਵਰਕ ਵਿਦ ਕਾਲਜਸ ਐਂਡ ਯੂਨੀਵਰਸਿਟੀਜ਼। ਸੋ ਅਗਰ ਅਸੀਂ ਕਿਸੇ ਵੀ ਯੂਨੀਵਰਸਿਟੀ ਕਾਲਜ ਨੂੰ ਅੱਜ ਵੀ ਐਪਲੀਕੇਸ਼ਨ ਪਾਉਂਦੇ ਆ ਉਹ ਦੇ ਆਲਵੇਜ਼ ਪ੍ਰੈਫਰ ਕਿ ਅਗਰ ਅਕੈਡਮਿਕ ਹੈਗਾ ਆਇਲਸ ਤੇ ਤਾਂ ਪਾਵਾਂਗੇ, ਅਗਰ ਜਨਰਲ ਹੈ ਨਹੀਂ ਦੁਬਾਰਾ ਕਰੋ। ਸੋ ਇਹ ਲੈਕ ਆਫ ਇੰਫੋਰਮੇਸ਼ਨ ਆ ਚਾਹੇ ਯੂਨੀਵਰਸਿਟੀਜ਼ ਕਰਕੇ ਜਾਂ ਇਹ ਲੈਕ ਆਫ ਇੰਪਲੀਮੈਂਟੇਸ਼ਨ ਆ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ। ਸੋ ਪਰ ਨੁਕਸਾਨ ਦੋਨੋਂ ਪਾਸੇ ਹੋ ਰਿਹਾ ਔਰ ਫਾਇਦਾ ਇਹਦੇ 'ਚ IDP ਜਾਂ ਬ੍ਰਿਟਿਸ਼ ਕਾਉਂਸਲ ਵਰਗੇ ਲੈ ਰਹੇ ਕਿ ਬੱਚੇ ਨੂੰ ਉਹਦੀ ਇੰਗਲਿਸ਼ ਚੈੱਕ ਕਰਨ ਦੇ ਫੁੱਟੇ ਅਲੱਗ-ਅਲੱਗ ਬਣਾ ਲਈ, ਪੈਰਾਮੀਟਰ ਅਲੱਗ ਵੀ ਜੇ ਤੁਸੀਂ ਸੈਂਟੀਮੀਟਰ 'ਚ ਮਿਲਣਾ ਤਾਂ ਇੰਨੇ ਪੈਸੇ ਦਿਓ, ਜੇ ਤੁਸੀਂ ਲਾਈਕ ਇੰਚਸ ਵਿੱਚ ਮਿਲਣਾ ਤਾਂ ਇੰਨੇ ਪੈਸੇ ਦਿਓ। ਬਿਕੋਜ਼ ਇੰਗਲਿਸ਼ ਆ ਲੈਂਗੁਏਜ ਆ ਤੁਸੀਂ ਉਹਦੀ ਅਸੈਸਮੈਂਟ ਕਰਨ ਦੀ ਐਬਿਲਿਟੀ ਆ ਔਰ ਤੁਸੀਂ ਉਹਨੂੰ ਪੈਰਾਮੀਟਰ ਨੂੰ ਇੱਕ ਸਕੇਲ ਦੇ ਉੱਪਰ ਰੱਖ ਕੇ ਦੇਣਾ ਕਿ ਇਹਦਾ ਇਹ ਸਕੇਲ ਆ। ਸੋ ਉਹਦੇ ਜਰਨਲ ਆ ਅਕੈਡਮਿਕ ਆ। ਸੋ ਇਹਨਾਂ ਚੀਜ਼ਾਂ 'ਚ ਉਲਝਾ ਕੇ ਸਾਰੇ ਏਜੰਸੀਜ਼ ਪੈਸੇ ਕਮਾਉਣ ਦੇ ਚੱਕਰ 'ਚ। ਜੀ ਅਰਵਿੰਦਰ ਜੀ ਸੋ ਬਹੁਤ ਬਹੁਤ ਸ਼ੁਕਰੀਆ ਇੰਨੀ ਸਾਰੀ ਜਾਣਕਾਰੀ ਦੇਣ ਦੇ ਲਈ ਔਰ ਇਸ ਦੇ ਨਾਲ ਹੀ ਪ੍ਰੋਗਰਾਮ ਪੰਜਾਬ ਐਬਰੋਡ ਇੱਥੇ ਹੀ ਸਮਾਪਤ ਕਰਦੇ ਹਾਂ। ਫਿਰ ਮਿਲਾਂਗੇ ਕਿਸੇ ਹੋਰ ਦਿਨ ਕੁਝ ਹੋਰ ਸਵਾਲਾਂ ਦੇ ਨਾਲ ਤੇ ਕੁਝ ਹੋਰ ਜਵਾਬਾਂ ਦੇ ਨਾਲ। ਬਹੁਤ ਬਹੁਤ ਸ਼ੁਕਰੀਆ।